ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸ਼ਾਈਨਿੰਗ ਲਾਈਟ ਪ੍ਰੋਗਰਾਮ ਦੇ ਵਿੱਚ। ਤੇ ਇਸ ਵਾਰੀ ਵੀ ਅਸੀਂ ਵਿਸ਼ਾ ਹੈ ਸਾਡਾ ਧਾਰਮਿਕ ਵਿਚਾਰਕ ਬਖਰੇਵੇਂ ਦਾ ਭਾਗ ਦੂਜਾ ਲੈ ਕੇ ਹਾਜ਼ਰ ਹੋਏ ਹਾਂ। ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਵਿਚਾਰਕ ਬਖਰੇਵਿਆਂ ਬਾਰੇ, ਤੇ ਇਸ ਵਾਰੀ ਮੇਰੇ ਨਾਲ ਇਹਨਾਂ ਵਿਚਾਰਾਂ ਨਾਲ ਸਾਂਝ ਪਾਉਣ ਲਈ ਜੁੜੇ ਹਨ ਸੰਦੀਪ ਸਿੰਘ, ਤੇ ਆਓ ਉਹਨਾਂ ਨਾਲ ਵੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਧੰਨਵਾਦ ਹੈ ਜੀ। ਹਾਂਜੀ, ਇਹ ਆਪਾਂ ਗੱਲ ਕਰ ਰਹੇ ਸੀ ਧਾਰਮਿਕ ਵਿਚਾਰਕ ਬਖਰੇਵੇਂ ਜੀ। ਸੋ ਇਹ ਚੀਜ਼ਾਂ ਇਹਨਾਂ ਦੇ ਵਿੱਚ ਜਿਹੜਾ ਮੇਨ ਮਕਸਦ ਸਾਡਾ ਇਹ ਹੁੰਦਾ ਆ ਵੀ ਜਿਸ ਤਰ੍ਹਾਂ ਆਮ ਸਮਾਜ ਦੇ ਵਿੱਚ ਆਮ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਵੇ, ਕਿਉਂਕਿ ਉਹਨਾਂ ਦੀਆਂ ਇਹ ਆਮ ਸਮੱਸਿਆਵਾਂ ਹੁੰਦੀਆਂ ਵੀ ਜਦੋਂ ਉਹ ਚੀਜ਼ਾਂ ਦੇਖਦੇ ਆ, ਚਾਹੇ ਉਹ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਾਰਜ ਹੋਣ, ਚਾਹੇ ਉਹ ਸਮਾਜ ਦੇ ਵਿੱਚ ਹੋਰ ਰੀਤੀ ਰਿਵਾਜ ਹੋਣ, ਉਹਨਾਂ ਦੇ ਵਿੱਚ ਛੋਟੇ ਛੋਟੇ ਬਖਰੇਵੇਂ ਕੋਈ ਕਿਸੇ ਤਰ੍ਹਾਂ ਕਿਸੇ ਚੀਜ਼ ਨੂੰ ਕਰ ਰਿਹਾ ਜਾਂ ਕੋਈ ਕਿਸੇ ਚੀਜ਼ ਨੂੰ ਕਿਸੇ ਤਰ੍ਹਾਂ ਕਰ ਰਿਹਾ, ਉਹਨਾਂ ਚੀਜ਼ਾਂ ਨੂੰ ਲੈ ਕੇ ਇਸ ਈਵਨ ਪਰਿਵਾਰ ਦੀ ਵੀ ਜੇ ਆਪਾਂ ਗੱਲ ਲੈ ਲਈਏ, ਪਰਿਵਾਰ ਦੇ ਵਿੱਚ ਵੀ ਹਰ ਇੱਕ ਮੈਂਬਰ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ ਨਾ। ਉਹਦੇ ਨਾਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪ੍ਰੋਬਲਮਸ ਆ ਜਾਂਦੀਆਂ ਆ ਉਹਨਾਂ ਵਿਚਾਰਾਂ ਦੇ ਕਰਕੇ। ਕੋਈ ਇੱਕ ਬੰਦਾ ਜਿਹੜਾ ਉਹ ਆਪਣੇ ਹਿਸਾਬ ਨਾਲ ਸੋਚ ਰਿਹਾ, ਦੂਜਾ ਉਹ ਆਪਣੇ ਹਿਸਾਬ ਨਾਲ ਸੋਚ ਰਿਹਾ, ਜਿਹਦੇ ਵਿੱਚ ਸਭ ਤੋਂ ਵੱਧ ਵੱਡੀ ਪ੍ਰੋਬਲਮ ਧਰਮ ਬਾਰੇ ਆ ਰਹੀ ਜੀ। ਸੋ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਇਸ ਬਾਰੇ ਵੀ ਤੁਸੀਂ ਇਹਨੂੰ ਕਿੱਦਾਂ ਸੋਚਦੇ ਆ ਵੀ ਇਹ ਵਿਚਾਰਕ ਬਖਰੇਵੇਂ ਕਿੰਨੇ ਕੁ ਸਹੀ ਆ, ਤੇ ਜਾਂ ਵਧੇ ਆ ਤੇ ਉਹ ਕਿਉਂ ਵਧੇ ਆ, ਤੇ ਇਹਨਾਂ ਦਾ ਹੱਲ ਕੀ ਆ, ਤੇ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਦੱਸਣ ਦੀ ਭਾਈ ਸਾਹਿਬ। ਜਿੱਥੋਂ ਤੱਕ ਮੇਰੀ ਸੋਚ ਆ ਕਿ ਇਹ ਜਿਹੜੇ ਆਪਸੀ ਵਖਰੇਵੇਂ ਆ ਜਿਹੜੇ ਨਾ, ਹਾਂਜੀ, ਇਹ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਦਿੰਦੇ ਆ। ਬਿਲਕੁਲ ਜੀ। ਜੇ ਤੁਸੀਂ ਦੋ ਬੰਦਿਆਂ ਦੀ ਜਾਂ ਤਿੰਨਾਂ ਬੰਦਿਆਂ ਦੀ ਕੋਈ ਡਿਸਕਸ਼ਨ ਆਪਸ ਵਿੱਚ ਸੁਣੋਗੇ ਨਾ, ਹਾਂਜੀ, ਆਪਸ ਵਿੱਚ ਉਹਨਾਂ ਦੇ ਮਤਭੇਦ ਹੋਣਗੇ, ਵਖਰੇਵੇਂ ਇੱਕ ਦਾ ਵਿਚਾਰ ਦੂਜੇ ਨਾਲ ਨਹੀਂ ਰਲਣਾ। ਇਹ ਸੁਭਾਵਿਕ ਹੈ ਕਿ ਮੇਰਾ ਵਿਚਾਰ ਤੁਹਾਡੇ ਨਾਲ ਨਹੀਂ ਰਲਦਾ, ਤੁਹਾਡਾ ਮੇਰੇ ਨਾਲ ਨਹੀਂ ਰਲਦਾ। ਬਿਲਕੁਲ ਜੀ। ਹੋ ਸਕਦਾ ਹੋਰ ਤੀਸਰਾ ਬੰਦਾ ਸਾਨੂੰ ਸੁਣਦਾ ਹੋਵੇ, ਉਹ ਸਾਨੂੰ ਸਾਡੇ ਦੋਨਾਂ ਦੇ ਵਿਚਾਰ ਉਹਨੂੰ ਨਾ ਚੰਗੇ ਲੱਗਦੇ। ਹਾਂਜੀ, ਕਿਉਂਕਿ ਇਹ ਜਿੱਦਾਂ ਆਪਾਂ ਗੱਲ ਕਰੀਏ ਗੁਰੂ ਘਰਾਂ ਦੇ ਵਿੱਚ, ਆਪਾਂ ਇੱਥੋਂ ਤੱਕ ਕਿ ਜੇ ਆਪਾਂ ਸਕੂਲਾਂ ਦੇ ਵਿੱਚ, ਸਕੂਲਾਂ ਨੂੰ ਤੁਸੀਂ ਲਾ ਲਓ, ਹਾਂਜੀ, ਸਕੂਲਾਂ ਦੇ ਵਿੱਚ ਹਰ ਸਕੂਲ ਦੇ ਵਿੱਚ ਪੜ੍ਹਾਈ ਕਰਾਈ ਜਾਂਦੀ ਆ। ਬਿਲਕੁਲ ਜੀ। ਪਰ ਪਰਿਵਾਰਾਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਨਹੀਂ, ਉਹ ਜਿਹੜਾ ਸਕੂਲ ਆ ਉਹ ਵਧੀਆ ਨਹੀਂ, ਹਾਂਜੀ, ਉਹ ਜਿਹੜਾ ਫਲਾਨਾ ਸਕੂਲ ਆ ਉਹ ਵਧੀਆ ਆ। ਹਾਂਜੀ, ਕਿਉਂ ਵਧੀਆ ਆ? ਕਿਉਂਕਿ ਉਹ ਉਹਨਾਂ ਦੀ ਇੰਗਲਿਸ਼ ਉੱਥੇ ਪੜ੍ਹਾਈ ਜਾਂਦੀ ਆ, ਇੰਗਲਿਸ਼ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦਕਿ ਪੜ੍ਹਾਈ ਉੱਥੇ ਵੀ ਇੰਗਲਿਸ਼ ਹੁੰਦੀ ਆ। ਆਪੋ ਆਪਣਾ ਨਜ਼ਰੀਆ ਹੋ ਸਕਦਾ, ਤੁਹਾਡਾ ਨਜ਼ਰੀਆ ਹੋਵੇ ਨਾ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਨਹੀਂ ਉੱਥੇ ਹੋ ਸਕਦਾ ਜਿਹੜਾ ਤੀਸਰਾ ਬੰਦਾ ਹੋਵੇ ਉਹ ਜਿਹੜਾ ਉਹਦੀ ਸਾਡੇ ਦੋਨਾਂ ਨਾਲ ਸਾਂਝ, ਉਹਨੂੰ ਕੋਈ ਤੀਸਰੀ ਜਿਹੜੀ ਚੀਜ਼ ਪਸੰਦ ਜਿਹੜੀ ਉਹ ਆਉਂਦੀ ਹੋਵੇ। ਪਰ ਇੱਥੇ ਮਹਾਰਾਜ ਸਿੰਘ ਜੀ ਇਹ ਗੱਲ ਇਹ ਆ, ਜੇ ਸਾਡੇ ਵਖਰੇਵੇਂ ਆ ਨਾ, ਵਖਰੇਵਿਆਂ ਤੱਕ ਹੀ ਰਹਿ ਜਾਣ ਤਾਂ ਵਧੀਆ ਗੱਲ ਹੈ। ਜਦੋਂ ਇਹ ਨਫ਼ਰਤ ਬਦਲ ਜਾਂਦੇ ਨਾ, ਉੱਥੇ ਜਿਹੜੀ ਪ੍ਰੋਬਲਮ ਜਿਹੜੀ ਉਹ ਕ੍ਰੀਏਟ ਹੋਣੀ ਜਿਹੜੀ ਸ਼ੁਰੂ ਹੋ ਜਾਂਦੀ ਆ। ਕਿਉਂਕਿ ਅਸੀਂ ਜਿੱਦਬਾਜੀ ਤੇ ਜਿੱਦਾਂ ਉੱਤਰ ਆਉਂਦੇ ਆ, ਜਦੋਂ ਅਸੀਂ ਧੜੇਬੰਦੀ ਚ ਤੌਰ ਤੇ ਪੈ ਜਾਂਦੇ ਆ, ਹਾਂਜੀ, ਉਸ ਚੀਜ਼ ਦਾ ਬੇਲੋੜਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ, ਬਜਾਏ ਕਿ ਦੂਸਰੇ ਇਨਸਾਨ ਦੇ ਉਹਦਾ ਜਿਹੜਾ ਸੋਚਣ ਦਾ ਨਜ਼ਰੀਆ, ਜਿਹੜਾ ਸੋਚਣ ਦਾ ਐਂਗਲ ਆ, ਦੇਖਣ ਦਾ ਐਂਗਲ ਆ, ਉਸ ਚੀਜ਼ ਨੂੰ ਉਹਨੂੰ ਸਮਝਣ ਦੀ ਬਜਾਏ ਅਸੀਂ ਇਹ ਦੇਖਦੇ ਵੀ ਇਹਦਾ ਵਿਚਾਰ ਮੇਰੇ ਵਿਚਾਰ ਦੇ ਉਲਟਿਆ ਤੇ ਇਹ ਮੇਰਾ ਵਿਰੋਧੀ ਆ, ਤੇ ਅਸੀਂ ਦੂਜੇ ਧੜੇ ਨਾਲ ਖੜੇ ਹੋ ਜਾਂਦੇ ਹਾਂ। ਬਿਲਕੁਲ ਬਿਲਕੁਲ, ਇਹ ਸੱਚਾਈ ਹੈ ਜੀ, ਕਿਉਂਕਿ ਇਹ ਸਾਡੀ ਸੋਚ ਇਹੋ ਜਿਹੀ ਹੋ ਚੁੱਕੀ ਹੈ। ਪਰ ਇਹ ਜਿਹੜੇ ਆ ਵਖਰੇਵੇਂ ਠੀਕ ਆ ਆਪਸ ਵਿੱਚ ਹੈ ਨੇ, ਹੁਣ ਹੈ ਕਿੱਥੇ ਨਹੀਂ ਵਖਰੇਵੇਂ? ਹਾਂਜੀ, ਘਰਾਂ ਤੋਂ ਸ਼ੁਰੂ ਹੋ ਜਾਓ, ਹਾਂਜੀ, ਬਾਹਰ ਜਿੱਧਰ ਨੂੰ ਮਰਜ਼ੀ ਤੁਸੀਂ ਚਲੇ ਜਾਓ, ਤੁਸੀਂ ਇੱਕ ਥਾਂ ਇਕੱਠੇ ਕੰਮ ਕਰਦੇ ਆ ਤਾਂ ਉੱਥੇ ਵੀ ਤੁਹਾਡੇ ਵਖਰੇਵੇਂ ਆ। ਬਿਲਕੁਲ ਜੀ। ਤੁਹਾਡੀ ਇੱਕ ਦੂਜੇ ਨਾਲ ਤੁਹਾਡੀ ਸੋਚ ਨਹੀਂ ਮਿਲਦੀ, ਕਿਉਂਕਿ ਜੇ ਤੁਸੀਂ ਇੱਕ ਥਾਂ ਤੇ ਤੁਸੀਂ ਜਿਹੜੇ ਤੁਸੀਂ ਜੌਬ ਤੇ ਤੁਸੀਂ ਜਾਂਦੇ ਹੋ, ਤੁਸੀਂ ਦੋਨੇ 2 ਜਾਂ 3 ਜਾਂ 5 ਜਣੇ ਇੱਕੋ ਕੰਮ ਕਰਦੇ ਹੋ, ਪਰ ਤੁਸੀਂ ਕਹਣਾ ਇਹ ਜਿੱਦਾਂ ਮੈਂ ਚਾਹੁੰਦਾ ਉਦਾਂ ਨਹੀਂ ਕਰ ਰਿਹਾ, ਕਿ ਤੁਹਾਡਾ ਕੰਮ ਕਰਨ ਦਾ ਤਰੀਕਾ ਹੋ ਰਿਹਾ, ਉਹਦਾ ਕੰਮ ਕਰਨ ਦਾ ਤਰੀਕਾ ਹੋ ਸਕਦਾ ਉਹਨੂੰ ਉਹਦਾ ਤਰੀਕਾ ਚੰਗਾ ਲੱਗਦਾ ਹੋਵੇ, ਤੁਹਾਨੂੰ ਤੁਹਾਡੇ ਵਾਲਾ ਚੰਗਾ ਲੱਗਦਾ ਹੋਵੇ, ਪਰ ਉਹ ਹੋ ਸਕਦਾ ਉਹਨੂੰ ਤੁਹਾਡੇ ਵਾਲਾ ਨਾ ਚੰਗਾ ਲੱਗਦਾ ਹੋਵੇ। ਇਹ ਜਿਹੜੀ ਆਪਸ ਵਿੱਚ ਸਾਡੀ ਨਾ ਇਹ ਸੋਚ ਆ, ਇਹ ਦੁਨੀਆਦਾਰੀ ਤੇ ਇਦਾਂ ਹੀ ਚੱਲੀ ਜਾਣੀ ਹੈ। ਪਰ ਹੁਣ ਆਪਾਂ ਜੇ ਗੁਰੂ ਘਰਾਂ ਨੂੰ ਆਪਾਂ ਲੈ ਕੇ ਦੇਖ ਲਈਏ, ਗੁਰੂ ਘਰਾਂ ਦੇ ਵਿੱਚ ਜਿਹੜੇ ਅਸਲੇ ਹਾਲਾਤ ਬਣੇ ਹੋਏ ਨੇ, ਜੇ ਆਪਾਂ ਚਲੋ ਕੋਈ ਸੁਖਣਾ ਸੁਖਦੇ ਆ ਕਿਸੇ ਗੁਰੂ ਘਰ ਦੇ ਵਿੱਚ, ਉਹ ਸਾਡੀ ਨਹੀਂ ਪੂਰੀ ਹੁੰਦੀ, ਜਦ ਕਿ ਅਸੀਂ ਕਹਿੰਦੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਤੇ ਦੂਸਰੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਅਸੀਂ ਉੱਥੋਂ ਚੱਲ ਕੇ ਦੂਜੇ ਥਾਂ ਸੁੱਖ ਲੈਂਦੇ ਹਾਂ, ਦੂਜੇ ਥਾਂ ਤੋਂ ਤੀਜੇ ਥਾਂ ਤੇ ਸੁੱਖ ਲੈਂਦੇ ਹਾਂ। ਉਹ ਜਿੱਥੇ ਕਿਤੇ ਪ੍ਰਮਾਤਮਾ ਨੇ ਜਦੋਂ ਕੋਈ ਸਮਾਂ ਤੇ ਉਹ ਵਕਤ ਜਦੋਂ ਆ ਜਾਂਦਾ ਹੈ, ਕਿਸਮਤ ਤੇ ਉਹ ਬਦਲ ਜਾਂਦੀ, ਤੇ ਅਸੀਂ ਫਿਰ ਉਹ ਉੱਥੇ ਹੀ ਕਹਿੰਦੇ ਵੀ ਇੱਥੋਂ ਸਾਡੀ ਜਿਹੜੀ ਸੁਖਣਾ ਪੂਰੀ ਹੋਈ ਸੀ, ਤੇ ਅਸੀਂ ਲੋਕਾਂ ਨੂੰ ਫਿਰ ਕਹਿੰਦੇ ਨਹੀਂ ਵੀ ਯਾਰ ਮੈਂ ਉੱਥੇ ਵੀ ਸੁੱਖਿਆ ਸੀਗਾ, ਉੱਥੇ ਵੀ ਗੱਲ ਨਹੀਂ ਬਣੀ, ਉੱਥੇ ਵੀ ਸੁੱਖਿਆ ਸੀਗਾ, ਉੱਥੇ ਵੀ ਗੱਲ ਨਹੀਂ ਬਣੀ, ਤੇ ਜਦ ਇੱਥੇ ਸੁੱਖਿਆ ਇੱਥੇ ਤੂੰ ਵੀ ਚੱਲ। ਹਾਂਜੀ,
ਅਸੀਂ ਉਹਨਾਂ ਨੂੰ ਵੀ ਉਹਨਾਂ ਗੁਰੂ ਘਰਾਂ ਨੂੰ ਵੀ ਉੱਚੇ ਨੀਵੇਂ ਕਰ ਦਿੱਤਾ ਕਿ ਨਹੀਂ ਆ ਜਿਹੜੀ ਸੁੱਖ ਆ ਇਹ ਇੱਥੇ ਪੂਰੀ ਹੋਈ, ਇਹਦਾ ਮਤਲਬ ਇੱਥੇ ਜ਼ਿਆਦਾ ਸ਼ਕਤੀ ਆ। ਸੋ ਉਹ ਸਾਡੀ ਸੋਚ ਗੁਰੂ ਸਾਹਿਬ ਨੂੰ ਵੀ ਉੱਚਾ ਨੀਵਾਂ ਕਰ ਦਿੰਦੀ ਜਿਹੜਾ ਮਤਲਬ ਅਸੀਂ ਇਹ ਸਾਡੀ ਜਿਹੜੀ ਮਾਨਸਿਕਤਾ ਹੈ ਨਾ ਬਲਰਾਜ ਸਿੰਘ ਜੀ, ਇਹ ਇੱਥੇ ਤੱਕ ਗਿਰ ਚੁੱਕੀ ਆ। ਅਸੀਂ ਗੁਰੂ ਸਾਹਿਬ ਨੂੰ ਵੀ ਉੱਤੇ ਥੱਲੇ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਜਿੱਥੇ ਮੈਂ ਜਿੱਦਾਂ ਪਹਿਲਾਂ ਹੀ ਗੱਲ ਕੀਤੀ ਆ, ਜਿੱਦਾਂ ਗੁਰੂ ਘਰਾਂ ਦੇ ਵਿੱਚ ਹਨਾ ਸੁੱਖ ਮਾਨਤਾ ਜਿਹੜੀ ਆ, ਮਾਨਤਾ ਮਨਾਉਣ ਲਈ ਵੀ ਅਸੀਂ ਜਿਹੜਾ ਜਿੱਦਾਂ ਪਹਿਲਾਂ ਸਵਾ ਸੌ ਰੁਪਇਆ ਸੁੱਖ ਲਿਆ, ਫੇਰ ਕਹਿਣਾ ਗੱਲ ਨਹੀਂ ਬਣੀ ਤੇ ਗਵਰਨਮੈਂਟ 250 ਰੁਪਇਆ ਤੇ ਫਿਰ ਅਸੀਂ ਕਹਿਣਾ ਜਦੋਂ 1100 ਰੁਪਇਆ ਸੁੱਖਿਆ ਤੇ ਹੁਣ ਜਿਹੜੀ ਉਹ ਗੱਲ ਬਣੀ ਆ। ਤੇ ਜਦ ਕਿ ਉਹਦਾ ਦਿੱਤਾ ਤਾਂ ਸਭ ਕੁਝ ਹੈ ਪਰਮਾਤਮਾ ਨੇ, ਔਰ ਜੇ ਸੋਚਿਆ ਜਾਵੇ ਉਹਦਾ ਹੀ ਦਿੱਤਾ ਉਹਨੂੰ ਹੀ ਮੋੜ ਕੇ ਤੇ ਉਹਦੇ ਤੇ ਸਾਨ ਕਰਨ ਡਏ ਆ, ਜੇ ਜਾਣੀ ਸੋਚਿਆ ਜਾਵੇ ਤਾਂ ਹਨਾ। ਹਾਂਜੀ, ਸੋ ਕਿਉਂਕਿ ਇਹ ਚੀਜ਼ਾਂ ਜਿੱਦਾਂ ਹੁਣ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ, ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ ਤੇ ਖਾਸ ਕਰਕੇ ਤੇ ਉਹ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜਿੱਦਾਂ ਇਹਨਾਂ ਵਿਸ਼ਿਆਂ ਤੇ ਗੱਲ ਕੀਤੀ ਸੀ ਵੀ ਕਿਉਂ ਪੈ ਜਾਂਦੇ ਵਿਚਾਰਕ ਵਖਰੇਵੇਂ, ਤੇ ਮੈਂ ਸੋਚਿਆ ਕਿਉਂ ਨਾ ਇਹ ਕਿਸੇ ਦੇ ਨਾਲ ਸਾਂਝ ਪਾਈ ਜਾਵੇ। ਇਸੇ ਕਰਕੇ ਤੁਹਾਨੂੰ ਸੱਦਾ ਦੇਣ ਦਾ ਵੀ ਮੇਰਾ ਮੇਨ ਮਕਸਦ ਇਹੀ ਆ ਵੀ ਇਹ ਨਾ ਹੋਵੇ ਮੈਂ ਆਪਣੇ ਹਿਸਾਬ ਨਾਲ ਗੱਲ ਦੱਸੀ ਜਾਵਾਂ, ਪਰ ਤੁਸੀਂ ਕਿਸ ਐਂਗਲ ਤੋਂ ਸੋਚਦੇ ਜਾਂ ਤੁਸੀਂ ਇਸ ਚੀਜ਼ ਬਾਰੇ ਕਿੱਦਾਂ ਸੋਚਦੇ ਤੇ ਮੈਂ ਉਹ ਵੀ ਜਾਣਨਾ ਚਾਹੁੰਦਾ ਸੀ। ਮੈਂ ਇੱਕ ਹੋਰ ਚੀਜ਼ ਦੇਖ ਰਿਹਾ ਸੀਗਾ, ਚਲੋ ਮੈਂ ਕਹਿੰਦਾ ਜਿਹੜਾ ਜਦੋਂ ਧਾਰਮਿਕ ਕਾਰਜਾਂ ਦੇ ਵਿੱਚ ਅਸੀਂ ਜਦੋਂ ਕਰਦੇ ਆ ਉਹ ਥੋੜਾ ਜਿਹਾ ਜ਼ਿਆਦਾ ਜਿੱਦਾਂ ਖਰਾਬ ਹੋ ਜਾਂਦਾ ਕੰਮ ਉਹਦੇ ਵਿੱਚ ਨਾ, ਕਿਉਂਕਿ ਉੱਥੇ ਜਦੋਂ ਸਾਡੇ ਚ ਧੜੇਬੰਦੀਆਂ ਬਣ ਜਾਂਦੀਆਂ, ਧੜੇਬੰਦੀਆਂ ਤੋਂ ਬਾਅਦ ਵਿੱਚ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਵੀ ਮੰਨ ਲਓ ਤੁਸੀਂ ਇੱਕ ਤਰੀਕੇ ਨਾਲ ਤੁਹਾਡਾ ਮੰਨਣ ਦਾ ਤਰੀਕਾ ਆ ਨਾ, ਤੁਸੀਂ ਉਸ ਚੀਜ਼ ਨੂੰ ਇਸ ਤਰੀਕੇ ਨਾਲ ਮੰਨ ਰਹੇ ਆ ਤੇ ਮੈਨੂੰ ਜਦੋਂ ਦੱਸਿਆ ਪਰ ਮੈਂ ਉਸ ਚੀਜ਼ ਨਾਲ ਸਹਿਮਤ ਨਹੀਂ, ਤੇ ਫਿਰ ਮੈਂ ਆਟੋਮੈਟਿਕਲੀ ਇੱਕ ਇਹੋ ਜਿਹਾ ਬੰਦਾ ਲੱਭਦਾ ਜਿਹੜਾ ਤੁਹਾਡੇ ਤਰੀਕੇ ਦੇ ਨਾਲ ਦੇ ਵਿਰੋਧ ਵਿੱਚ ਹੋਵੇ। ਸੋ ਮੈਂ ਉਹਦੇ ਨਾਲ ਜਾ ਕੇ ਖੜਾ ਹੋ ਜਾਣਾ। ਉਹ ਜਿਹੜਾ ਵਿਰੋਧ ਆ ਜਦੋਂ ਬਣ ਜਾਂਦਾ ਤੇ ਫਿਰ ਮੈਂ ਉਹ ਤੁਹਾਡੀ ਜੇ ਹੁਣ ਤੁਹਾਡੀ ਉੱਥੇ ਚੱਲ ਰਹੀ ਆ, ਮੈਂ ਦੇਖਦਾ ਇਹ ਕੌਣ ਕਰ ਰਿਹਾ, ਮੈਂ ਉਹ ਬੰਦੇ ਲੱਭਣੇ ਜਿਹੜੇ ਤੁਹਾਡੇ ਅਗੇਂਸਟ ਹੋਏ, ਤੁਹਾਡੇ ਤੋਂ ਉਲਟ ਸੋਚਦੇ ਹੋਏ, ਮੈਂ ਉਸ ਧੜੇ ਨਾਲ ਖੜ ਜਾਣਾ। ਉੱਥੇ ਵੀ ਸਿੱਖਣ ਸਿਖਾਉਣ ਨੂੰ ਕੁਛ ਨਹੀਂ ਬਚ ਜਾਂਦਾ। ਅਸੀਂ ਗੁਰੂ ਘਰਾਂ ਦੇ ਵਿੱਚ ਮੈਨੂੰ ਏਦਾਂ ਲੱਗਦਾ ਵੀ ਦੇਖੋ ਚਾਹੇ ਉਹ ਮਰਿਆਦਾਵਾਂ ਹੋਣ, ਕੁਛ ਵੀ ਚਾਹੇ ਮਸਲਾ ਚਾਹੇ ਕੈਲੰਡਰ ਦਾ ਮਸਲਾ ਜਾਂ ਜਿਹੜੀਆਂ ਵੀ ਕਿਸੇ ਵੀ ਚੀਜ਼ ਨੂੰ ਲਾ ਲਈਏ, ਮੈਨੂੰ ਇਹਦਾ ਲੱਗਦਾ ਵੀ ਆਪਾਂ ਨੂੰ ਉਹ ਚੀਜ਼ ਦੇਖਣੀ ਚਾਹੀਦੀ ਆ, ਉਸ ਚੀਜ਼ ਨੂੰ ਸਮੇਂ ਦੇ ਹਿਸਾਬ ਨਾਲ ਵਿਚਾਰਨਾ ਚਾਹੀਦਾ ਤੇ ਉਹਦੇ ਡੰਗਾਈ ਦੇ ਵਿੱਚ ਪਹੁੰਚਣਾ ਚਾਹੀਦਾ, ਕਿਉਂਕਿ ਗੁਰੂ ਤਾਂ ਸਾਨੂੰ ਗਿਆਨਵਾਨ ਬਣਾਉਂਦਾ। ਉਸ ਤੋਂ ਬਾਅਦ ਜੇ ਉਹ ਸਾਰਾ ਕੁਝ ਦੇਖ ਪਰਖ ਕੇ ਮੇਰਾ ਇੱਕ ਨਜ਼ਰੀਆ ਬਣਿਆ, ਜੇ ਮੈਂ ਭਲਕ ਨੂੰ ਆ ਕੇ ਤੁਹਾਨੂੰ ਦੱਸ ਰਿਹਾ ਵੀ ਆਹ ਚੀਜ਼ ਏਦਾਂ ਸਹੀ ਆ ਤੇ ਏਦਾਂ ਗਲਤ ਆ, ਤੁਸੀਂ ਉਸ ਚੀਜ਼ ਦੇ ਜੇ ਨਹੀਂ ਹੱਕ ਦੇ ਵਿੱਚ ਪਰ ਤੁਸੀਂ ਮੇਰਾ ਉਹ ਨਜ਼ਰੀਆ ਸੁਣ ਲਓ, ਜਿੱਥੋਂ ਤੁਹਾਨੂੰ ਲੱਗਦਾ ਵੀ ਇਹਨੂੰ ਕੋਈ ਮਿਸਅੰਡਰਸਟੈਂਡਿੰਗ ਹੋਈ ਆ ਉੱਥੇ ਤੁਸੀਂ ਮੈਨੂੰ ਸਮਝਾ ਸਕਦੇ ਆ ਵੀ ਦੇਖੋ ਆਹ ਚੀਜ਼ ਤੂੰ ਗਲਤ ਸੋਚ ਰਿਹਾ, ਕਿਉਂਕਿ ਇਹ ਇਸ ਤਰ੍ਹਾਂ ਨਹੀਂ, ਇਹ ਇਸ ਤਰ੍ਹਾਂ ਆ। ਤੇ ਮੈਂ ਤੁਹਾਡੇ ਤੋਂ ਪੁੱਛ ਰਿਹਾ ਵੀ ਤੁਸੀਂ ਜੇ ਇਸ ਤਰ੍ਹਾਂ ਸੋਚ ਰਹੇ ਆ ਤੇ ਉਹਦਾ ਪਿੱਛੋਂ ਐਵੀਡੈਂਸ ਤੁਹਾਡੇ ਕੋਲ ਕੀ ਹੈ ਤੇ ਤੁਸੀਂ ਮੈਨੂੰ ਐਕਸਪਲੇਨ ਕਰ ਦਿਓ। ਮਸਲਾ ਇਹ ਥੋੜ੍ਹਾ ਆ ਵੀ ਅਸੀਂ ਤਾਂ ਗੁਰੂ ਘਰਾਂ ਦੇ ਨਾਲ ਜੁੜਨਾ ਆ, ਨਾ ਕਿ ਅਸੀਂ ਆਪਣੇ ਧੜਿਆਂ ਨਾਲ ਜੁੜਨਾ ਤੇ ਗੁਰੂ ਨੂੰ ਅਣਸੁਣਿਆ ਕਰ ਦੇਣਾ। ਬਿਲਕੁਲ ਬਲਰਾਜ ਸਿੰਘ ਜੀ, ਮੈਂ ਹੁਣ ਇੱਕ ਤੁਹਾਨੂੰ ਥੋੜੀ ਛੋਟੀ ਜਿਹੀ ਅੱਗੇ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਹਾਂਜੀ, ਗੁਰੂ ਘਰਾਂ ਦੇ ਵਿੱਚ ਕਮੇਟੀਆਂ ਬਣਦੀਆਂ ਨੇ, ਹਾਂਜੀ, ਮਤਭੇਦ ਆਪਸ ਵਿੱਚ ਹੁੰਦੇ ਨੇ, ਹਾਂਜੀ, ਵੋਟਾਂ ਪੈਂਦੀਆਂ ਨੇ, ਹਾਂਜੀ, ਕਰਨੀ ਤਾਂ ਆਪਾਂ ਗੁਰੂ ਦੀ ਸੇਵਾ ਆ, ਹਾਂਜੀ, ਠੀਕ ਹੈ ਜੀ, ਹਾਂਜੀ। ਗੁਰੂ ਘਰ ਦੀ ਬਿਲਡਿੰਗ ਠੀਕ ਹੈ, ਰਿਪੇਅਰ ਹੋਣ ਵਾਲੀ ਆ, ਲੰਗਰ ਹਾਲ ਬਣਨ ਵਾਲੇ ਨੇ, ਹਾਂਜੀ, ਜਾਂ ਰੰਗ ਕਰਾਉਣ ਵਾਲਾ, ਹਾਂਜੀ। ਇੱਕ ਪਾਰਟ ਜਿਹੜੀ ਆ ਕਮੇਟੀ ਉਹ ਵੀ ਉਹਨਾਂ ਨੇ ਵੀ ਬਿਲਡਿੰਗ ਕਰਾਉਣੀ, ਲੰਗਰ ਹਾਲ ਬਣਾਉਣਾ, ਦੂਸਰਿਆਂ ਨੇ ਵੀ ਬਣਾਉਣੀ ਹੈ, ਹਾਂਜੀ। ਹੁਣ ਉਹ ਕਹਿੰਦੇ ਇਹ ਜਿਹੜੇ ਇਹ ਲੰਗਰ ਹਾਲ ਬਣਾ ਰਹੇ ਆ, ਇਹ ਸਾਨੂੰ ਨਹੀਂ ਪਸੰਦ ਬਈ, ਬਸ ਕੀ ਕਾਰਨ ਕੀ ਬਣਾਉਣਾ ਤਾਂ ਉਹ ਵੀ ਲੰਗਰ ਸੰਗਤਾਂ ਦੇ ਲੰਗਰ ਹੀ ਛਕਣਾ ਆ ਕੇ, ਤੇ ਜਿਹੜਾ ਦੂਸਰੇ ਪਾਸੇ ਆ ਉਹ ਕਹਿੰਦੇ ਜੇ ਮਤਲਬ ਇਹ ਜੇ ਬਣਾਉਂਦੇ ਉਹ ਸਾਨੂੰ ਨਹੀਂ ਪਸੰਦ, ਹਾਂਜੀ। ਮਤਲਬ ਇਹ ਵਖਰੇਵੇਂ ਆ ਇਹ, ਜੇ ਆਪਾਂ ਦੋਨੇ ਧਿਰਾਂ ਬਹਿ ਕੇ ਉਹਨਾਂ ਨੂੰ ਮਸਲਾ ਸੁਲਝਾ ਲਿਆ ਵਜਾ ਵੀ ਆਹ ਮੈਂ ਸਾਡੇ ਕੋਲ ਇਹਦਾ ਪਲਾਨ ਆ, ਆਹ ਨਕਸ਼ਾ ਆ, ਤੇ ਤੁਸੀਂ ਦੱਸੋ ਤੁਹਾਨੂੰ ਜਿੱਥੋਂ ਸਹੀ ਨਹੀਂ ਲੱਗਦਾ ਉੱਥੇ ਆਪਾਂ ਬੈਠ ਕੇ ਡਿਸਕਸ਼ਨ ਕਰ ਲੈਂਦੇ ਨਾ, ਤੇ ਇਹ ਤਾਂ ਉਹਦਾ ਹੱਲ ਹੋ ਸਕਦਾ। ਤੇ ਜੇ ਆਪਾਂ ਕਹੀ ਨਹੀਂ ਵੀ ਮੈਂ ਤਾਂ ਤੈਨੂੰ ਅਗਲੀਆਂ ਇਲੈਕਸ਼ਨਾਂ ਉਹਨਾਂ ਚਿਰ ਮੈਂ ਤੇਰਾ ਇੱਥੇ ਅੜਿੱਕਾ ਪਾ ਕੇ ਰੱਖਣਾ ਆ, ਜਦੋਂ ਇਲੈਕਸ਼ਨ ਹੋਣਗੀਆਂ ਮੇਰੀ ਵਾਰੀ ਆਊਗੀ ਤੇ ਮੈਂ ਆਪਣੇ ਹਿਸਾਬ ਨਾਲ ਤਿਆਰ ਕਰਨਾ, ਬਸ ਆਹ ਮੇਨ ਚੀਜ਼ ਹੋ ਜਾਂਦੀ। ਤੁਸੀਂ ਇੱਕ ਹੋਰ ਚੀਜ਼ ਦੇਖੀ ਹੋਣੀ, ਅਗਰ ਜੇ ਉਹੀ ਕੋਈ ਕੰਮ ਅਸੀਂ ਘਰ 'ਚ ਕਮਰਾ ਬਣਾਉਣਾ ਕੋਈ ਹੋਰ,
ਜੇ ਘਰ 'ਚ ਕਮਰਾ ਬਣਾਉਣਾ, ਮੰਨ ਲਓ ਉਸ ਘਰ ਦਾ ਮੁਖੀ ਉਸ ਬੱਚਿਆਂ ਦਾ ਪਿਓ ਹੋਊਗਾ, ਉਹ ਕਹਿੰਦਾ ਵੀ ਮੈਂ ਆ ਕਮਰਾ ਇਸ ਤਰ੍ਹਾਂ ਬਣਾਉਣਾ ਚਾਹੁੰਦਾ ਜੀ, ਬੱਚੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਸਹੀ, ਇਸ ਤਰ੍ਹਾਂ ਬਣਾਉਣਾ ਚਾਹੀਦਾ। ਬੱਚੇ ਉਹਦੇ ਵਿੱਚ ਰੀਜ਼ਨ ਦੱਸਣਗੇ ਤੁਹਾਨੂੰ ਵੀ ਇਹ ਕਿਉਂ ਨਹੀਂ ਸਹੀ, ਤੇ ਤੁਸੀਂ ਰੀਜ਼ਨ ਦੱਸੋਗੇ ਕਿਉਂ ਸਹੀ ਆ। ਐਂਡ ਦੇ ਵਿੱਚ ਆਖਰ 'ਚ ਤੁਸੀਂ ਉਹਨਾਂ ਚੀਜ਼ ਤੇ ਵਿਚਾਰ ਕਰਕੇ ਉਹ ਚੀਜ਼ ਚੂਜ਼ ਕਰੋਗੇ ਜਿਹੜੀ ਕਿ ਸਾਰਿਆਂ ਲਈ ਸਹੀ ਹੋਵੇ। ਉੱਥੇ ਸਾਡੇ ਹੋ ਜਾਂਦੇ, ਉੱਥੇ ਇਹ ਨਹੀਂ ਦੇਖਦੇ ਵੀ ਐਤਕੀ ਤੂੰ ਪਾਲਾ, ਜਿੱਦਣ ਤੂੰ ਨਾ ਰਿਹਾ ਤੇ ਮੈਂ ਢਾਹ ਕੇ ਬਣਾਉਣਾ, ਉੱਥੇ ਤੁਸੀਂ ਸਹਿਮਤੀ ਕਰ ਲੈਂਦੇ ਆ। ਇਸੇ ਤਰ੍ਹਾਂ ਹੋਰ ਵੀ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਲਾ ਲਓ। ਮੈਂ ਕਹਿੰਦਾ ਨਾ, ਅਸੀਂ ਗੁਰੂ ਘਰਾਂ ਦੇ ਵਿੱਚ ਅੜਿੱਕੇ ਜ਼ਿਆਦਾ ਡਾਉਨੇ ਆ। ਅਸੀਂ ਕਿਉਂਕਿ ਬਹੁਤ ਤਰ੍ਹਾਂ ਦੇ ਵਿਰੋਧ ਅਸੀਂ ਵਧਾ ਲਈਦੇ ਆ, ਉਹ ਵਧਾਈ ਦੇ ਧੜੇਬੰਦੀ ਆ। ਉਹਦੀ ਬਜਾਏ ਜਦੋਂ ਅਸੀਂ ਆਪਣੇ ਘਰਾਂ ਤੇ ਸੋਚੀਏ, ਜਿਹਨੂੰ ਆਪਾਂ ਪਰਿਵਾਰ ਸੋਚਦੇ ਹਾਂ, ਜਿੱਥੇ ਪਤਾ ਵੀ ਸਾਨੂੰ ਘਾਟਾ ਪੈਣਾ, ਉੱਥੇ ਅਸੀਂ ਮੰਨ ਵੀ ਜਾਂਦੇ, ਉੱਥੇ ਅੜੀਆਂ ਸਾਡੇ ਵੇਖਣ ਦੇ ਨਜ਼ਰੀਏ ਬਦਲ ਵੀ ਜਾਂਦੇ ਆ। ਪਰ ਗੁਰੂ ਘਰਾਂ ਤੇ ਇਹ ਜਿਹੜੇ ਤਰੀਕੇ ਆ, ਇਹ ਦਿਨੋਂ ਦਿਨ ਖਤਰਨਾਕ ਹੁੰਦੇ ਜਾ ਰਹੇ ਹਨ। ਉਹਦੇ ਤੋਂ ਨਵੇਂ ਫਿਰ ਕਮੇਟੀ ਵੱਖਰੀ ਹੋ ਕੇ ਫਿਰ ਉਹ ਜੇ ਨਹੀਂ ਉਹਦੀ ਚੱਲਦੀ, ਉਹ ਵੱਖਰੇ ਗੁਰੂ ਘਰ ਤੱਕ ਗੱਲ ਚਲੇ ਜਾਂਦੀ ਆ। ਸੋ ਇਹੋ ਜਿਹੀਆਂ ਚੀਜ਼ਾਂ ਦੀ ਆਪਾਂ ਗੱਲ ਕਰਦੇ, ਜਦ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਉਹ ਦੇਖਦਾ ਸੀਗਾ ਵੀ ਉਹ ਇਹੋ ਜਿਹੀਆਂ ਗੱਲਾਂ ਕੀਤੀਆਂ। ਕੁਛ ਵੀਰ ਉਹਦੇ ਜਿੱਦਾਂ ਉਹਨੂੰ ਆਪਣੇ ਨਜ਼ਰੀਏ ਦੇ ਨਾਲ ਉਹਦਾ ਥੋੜਾ ਵਿਰੋਧ ਵੀ ਕਰਦੇ ਆ। ਸੋ ਮੇਨ ਮਕਸਦ ਤਾਂ ਸਾਡਾ ਇਦਾਂ ਵੀ ਆਪਾਂ ਟੀਵੀ ਤੇ ਇੱਕ ਪ੍ਰੋਗਰਾਮ ਪੇਸ਼ ਕਰਦੇ ਆ, ਆਪਾਂ ਇਹਦੇ ਵਿੱਚ ਇਹ ਨਹੀਂ ਕੋਈ ਸਾਡਾ ਧੜਾ ਆ ਜਾਂ ਕੋਈ ਕੁਛ ਆ, ਅਸੀਂ ਸਾਰੇ ਵੀਰ ਆ, ਆਪਾਂ ਇਕੱਠੇ ਹੋ ਕੇ ਪ੍ਰੋਗਰਾਮ ਪੇਸ਼ ਕਰ ਰਹੇ ਆ। ਅਸੀਂ ਕੋਸ਼ਿਸ਼ ਕਰੀਏ ਜਿੱਥੋਂ ਸਾਨੂੰ ਲੱਗਦਾ ਵੀ ਉਹ ਬੰਦਾ ਇੱਕ ਗਲਤ ਕਰ ਰਿਹਾ ਤੇ ਉਹਨੂੰ ਅਸੀਂ ਸੁਝਾਅ ਦੇਈਏ। ਜੇ ਅਸੀਂ ਉਹ ਸੁਝਾਅ ਦੇਵਾਂਗੇ, ਹੋ ਸਕਦਾ ਉਹਨੂੰ ਉਸ ਐਂਗਲ ਤੋਂ ਉਸ ਚੀਜ਼ ਨੂੰ ਦੇਖਿਆ ਨਾ ਹੋਵੇ। ਸੋ ਜੇ ਇਦਾਂ ਰਲ ਮਿਲ ਕੇ ਚੱਲੀਏ, ਇਦਾਂ ਹੀ ਗੁਰੂ ਘਰਾਂ ਵਿੱਚ ਚੱਲੀਏ, ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਆ ਬਹੁਤ ਸਮੱਸਿਆਵਾਂ ਉਹ ਹੱਲ ਹੋ ਸਕਦੀਆਂ। ਬਿਲਕੁਲ ਰਾਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਹਰ ਇੱਕ ਪਲੇਟਫਾਰਮ ਹੈ ਕਿ ਇੱਥੇ ਪਲੇਟਫਾਰਮ ਤੇ ਆ ਕੇ ਡਿਸਕਸ਼ਨ ਹੋ ਸਕਦੀ ਹੈ, ਇੱਕ ਦੂਜੇ ਨਾਲ ਬਹਿ ਕੇ ਗੱਲਬਾਤ ਹੋ ਸਕਦੀ ਆ। ਆਪਾਂ ਨਜ਼ਰੀਏ ਦੀ ਗੱਲ ਕੀਤੀ ਹੈ, ਨਜ਼ਰੀਆ ਤੇ ਵਿਖਰੇਵੇਂ ਇਹ ਦਿਨ ਪਰ ਦਿਨ ਵੱਧਦੇ ਜਾ ਰਹੇ। ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਜੇ ਜਿੱਥੇ ਸਾਡੀ ਫਿਰ ਨਹੀਂ ਗੱਲ ਚੱਲਦੀ, ਅਸੀਂ ਕਹਿੰਦੇ ਅਸੀਂ ਵੱਖਰਾ ਆਪਣਾ ਗੁਰੂ ਘਰ ਹੀ ਵੱਖਰਾ ਬਣਾਉਣਾ, ਉੱਥੇ ਅਸੀਂ ਇਹਨਾਂ ਵਿੱਚ ਪੈਣਾ ਹੀ ਨਹੀਂ ਨਾ, ਕਿਉਂਕਿ ਸਾਨੂੰ ਚਾਹੀਦੀ ਹੁੰਦੀ ਹੈ ਚੌਧਰ ਪਾਉਣਾ ਪ੍ਰਧਾਨਗੀ। ਉਹ ਜਦੋਂ ਸਾਡੇ ਫਿਰ ਨਹੀਂ ਉੱਥੇ ਵਾਹ-ਵਿਸ਼ ਚੱਲਦੀ ਤਾਂ ਅਸੀਂ ਆਪਣਾ ਜਿਹੜਾ ਗੁਰੂ ਘਰ ਵੱਖਰਾ, ਜਿਹੜੇ ਹੁਣ ਸਾਡੇ ਇਸ ਲਈ ਰੀਜ਼ਨ ਹੈ ਕਿ ਸਾਡੀ ਇਸ ਜਿਹੜੀ ਪ੍ਰਮੁੱਖ ਲੋੜ ਇਸ ਲਈ ਕੀ ਆ, ਪ੍ਰਮੁੱਖ ਲੋੜ ਤੁਹਾਡੇ ਸਾਹਮਣੇ ਜੋ ਹਾਲਾਤ ਬਣੇ ਹੋਏ ਨੇ ਕੌਮ ਨੂੰ ਲੈ ਕੇ। ਜੇ ਪੰਜਾਬ ਦੇ ਵਿੱਚ ਵੀ ਆਪਾਂ ਗੱਲ ਕਰ ਲਈਏ ਜਾਂ ਵਿਦੇਸ਼ਾਂ ਦੇ ਵਿੱਚ ਵੀ ਗੱਲ ਕਰ ਲਈਏ, ਇਸ ਲਈ ਮੁੱਖ ਕੌਮ ਦੀ ਲੋੜ ਕੀ ਆ। ਗੁਰੂ ਘਰ ਤਾਂ ਬਣੇ ਹੋਏ ਨੇ, ਪ੍ਰਚਾਰ ਵੀ ਬਹੁਤ ਹੁੰਦਾ, ਪਰ ਗੁਰੂ ਦੀ ਅਸੀਂ ਮੰਨਦੇ ਨਹੀਂ। ਬਸ ਉਹ ਧੜਿਆਂ ਦੀ ਮੰਨ ਰਹੇ ਆ ਜੀ। ਤੇ ਇਹੀ ਮੇਨ ਰੀਜ਼ਨ ਆ, ਕਿਉਂਕਿ ਏਡੇ ਮਸਲੇ ਨਹੀਂ, ਕਿਉਂਕਿ ਤੁਸੀਂ ਨਾ ਜਦੋਂ ਡੀਪਲੀ ਪੜ੍ਹਦੇ ਹਰ ਇੱਕ ਚੀਜ਼ ਨੂੰ ਤੇ ਤੁਹਾਨੂੰ ਪਤਾ ਲੱਗ ਜਾਂਦਾ ਏਡੇ ਮਸਲੇ ਨਹੀਂ, ਇਹ ਜਾਣ ਕੇ ਅਣਸੁਲਝੇ ਰੱਖੇ ਆ ਤਾਂ ਜੋ ਸੰਗਤ ਜਿਹੜੀ ਉਹ ਆਪਸ ਵਿੱਚ ਫਸੀ ਰਵੇ, ਉਹ ਦੁਵਿਧਾ 'ਚ ਪਈ ਰਵੇ, ਤੇ ਜਿਹੜੇ ਉੱਪਰਲੇ ਚੌਧਰੀ ਆ ਉਹ ਆਪਣੀਆਂ ਮਨਾਈਆਂ ਕਰਨ। ਈਵਨ ਤੁਸੀਂ ਆਹ ਸਿਆਸਤ ਦੇ ਵਿੱਚ ਦੇਖੋ, ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਦਾ ਚਲੋ ਅਕਾਲ ਚਲਾਣਾ ਕਰ ਗਏ ਹੋ ਨਾ, ਉਹਨਾਂ ਦੇ ਬਾਰੇ ਦੇਖੋ, ਉਹਨਾਂ ਦਾ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਦੇ ਪੱਖ ਵਾਲੇ ਆਪਣੀ رائے ਦੇ ਰਹੇ ਆ, ਉਹਨਾਂ ਦੇ ਵਿਰੋਧੀ ਆਪਣੀ رائے ਦੇ ਰਹੇ ਆ। ਸੋ ਕਦੀ ਇਹਦਾ ਮਤਲਬ ਇਹ ਨਹੀਂ, ਜੇ ਮੰਨ ਲਓ ਮੈਂ ਬਾਦਲ ਦੇ ਵਿਰੋਧੀ ਆ ਜਾਂ ਤੁਸੀਂ ਬਾਦਲ ਸਾਹਿਬ ਦੇ ਵਿਰੋਧ 'ਚ ਰਹੇ ਹੋਵੋਗੇ ਪਿਛਲੇ ਸਮਿਆਂ ਦੇ ਵਿੱਚ, ਉਹਨਾਂ ਦੇ ਨਾਲ ਤੁਹਾਡੀ ਇੱਕ ਉਹਨਾਂ ਦਾ ਸਿਧਾਂਤਕ ਵਿਰੋਧ ਹੋ ਸਕਦਾ, ਉਹਨਾਂ ਦੇ ਨਾਲ ਤੁਹਾਡਾ ਹੋਵੇ ਜਾਂ ਮੇਰਾ ਹੋਵੇ, ਪਰ ਉਹਦੇ ਪੱਖ ਵਿੱਚ ਵੀ ਆ ਬਹੁਤ ਸਾਰੇ ਲੋਕ, ਉਹ ਵੀ ਤਾਂ ਸਾਡੇ ਸਿੱਖ ਹੀ ਆ ਨਾ। ਉਹ ਵੀ ਸਾਡੇ ਹੁਣ ਅਸੀਂ ਜੇ ਤਾਂ ਗੱਲ ਆ ਜਾਵੇ ਸੈਂਟਰ ਤੱਕ ਦੀ, ਫਿਰ ਤਾਂ ਅਸੀਂ ਕਹਿ ਦਈਦਾ ਉਹ ਹਿੰਦੂ ਆ, ਉਹ ਪੰਜਾਬ ਦੇ ਵਿਰੋਧੀ ਆ, ਜਾਂ ਆ ਸਿੱਖ ਆ, ਇਹ ਪੰਜਾਬ ਦੇ ਹਿਤੈਸ਼ੀ ਆ। ਜੇ ਅਸੀਂ ਪਾਰਟੀ ਨੂੰ ਲੈ ਲਈਏ ਤਾਂ ਪਾਰਟੀ ਵੀ ਸਾਡੀ ਆਪਣੀ ਸੀ, ਅਕਾਲੀ ਦਲ ਖੇਤਰੀ ਪਾਰਟੀ, ਤੇ ਹਾਂਜੀ ਉਹਦੇ ਸਪੋਰਟਰ ਜਿਹੜੇ ਆ ਉਹਦੇ ਵੀ ਹੈਗੇ ਆ, ਜਿਹਦੇ ਉਹਦੇ ਹੱਕ ਵਿੱਚ ਖੜਦੇ ਆ ਤੇ ਉਹਦੇ ਵਿਰੋਧ ਵਿੱਚ ਵੀ ਖੜਦੇ ਆ। ਹੁਣ ਮੈਂ ਇਦਾਂ ਸੋਚਦਾ ਵੀ ਠੀਕ ਆ, ਤੁਹਾਡਾ ਆਪੋ ਆਪਣਾ ਨਜ਼ਰੀਆ ਹੋਣਾ ਚਾਹੀਦਾ, ਪਰ ਬੇਸ਼ਰਤੇ ਉਹਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਆ। ਬਹੁਤ ਸਾਰੇ ਮੇਰੇ ਆਪਣੇ ਮਿੱਤਰ ਆ, ਉਹਨਾਂ ਦੇ ਨਾਲ ਬਹੁਤ ਸਾਡੇ ਕਈ ਵਿਚਾਰਕ ਵਖਰੇਵੇਂ ਹੈ, ਪਰ ਉਹ ਮੈਨੂੰ ਇਸ ਤਰੀਕੇ ਨਾਲ ਐਕਸੈਪਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ, ਤੇ ਅਸੀਂ ਕਿ ਇਹਨਾਂ ਵਿਸ਼ਿਆਂ ਤੇ ਘੰਟਿਆਂ ਬੱਧੀ ਵਿਚਾਰਾਂ ਕਰੀਦੀਆਂ। ਬਿਲਕੁਲ ਉਹ ਸਮਝਣ ਦੀ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ ਵੀ ਜੇ ਉਹਦਾ ਸੋਚਣ ਦਾ ਇਹ ਤਰੀਕਾ ਦੇਖੀਏ ਤਾਂ ਸਹੀ, ਉਹ ਕਿਹੜੇ ਐਂਗਲ ਤੋਂ ਦੇਖ ਰਿਹਾ, ਕਿਉਂਕਿ ਹੋ ਸਕਦਾ ਜਿਹੜੇ ਐਂਗਲ ਤੋਂ ਦੇਖ ਰਿਹਾ ਉਹ ਸਹੀ ਹੋਵੇ, ਮੈਂ ਗਲਤ ਹੋਵਾਂ, ਕਿਉਂਕਿ ਪਰਫੈਕਟ ਤਾਂ ਕੋਈ ਵੀ ਹੈ ਨਹੀਂ ਹੈ ਨਾ। ਬਿਲਕੁਲ। ਤੇ ਜੇ ਬਹਿਸ ਕਰਨੀ ਆ ਤੇ ਬਹਿਸ ਦਾ ਤਾਂ ਇਹ ਆ ਵੀ ਤੁਸੀਂ ਕਿਸੇ ਨੂੰ ਵੀ ਕਦੀ ਮਨਾ ਨਹੀਂ ਸਕਦੇ।
ਤੇ ਜੇ ਅਸੀਂ ਇਹ ਦੇਖੀਏ ਵੀ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਵਿਸ਼ੇ ਤੇ ਇੱਕ ਆਪਣਾ ਨਜ਼ਰੀਆ ਰੱਖਦੇ ਆ ਤੇ ਮੈਂ ਵੱਖਰਾ ਰੱਖਦਾ ਜੀ। ਜੇ ਮੈਂ ਤੁਹਾਨੂੰ ਟੋਕਤਾ ਬਜਾਏ ਕਿ ਤੁਸੀਂ ਉਸ ਚੀਜ਼ ਦੇ ਵੀ ਹਾਂ ਇਹ ਬਲਰਾਜ ਸਿੰਘ ਨੇ ਮੇਰੀ ਗੱਲ ਨੂੰ ਟੋਕ ਦਿੱਤਾ, ਹੁਣ ਮੈਂ ਇਹਦੀਆਂ ਗਲਤੀਆਂ ਲੱਭਾਂ, ਤੁਸੀਂ ਆਪਣਾ ਸਮਾਂ ਵਿਅਰਥ ਗਵਾ ਲਿਆ। ਬਜਾਏ ਕਿ ਜਿਹੜੀ ਗੱਲ ਤੇ ਮੈਂ ਟੋਕਿਆ ਉਹਦਾ ਤੁਸੀਂ ਵੈਲਿਡ ਰੀਜ਼ਨ ਲਿਆ ਕੇ ਰੱਖੋ ਵੀ ਮੈਂ ਇਸ ਰੀਜ਼ਨ ਤੇ ਇਹ ਗੱਲ ਕੀਤੀ ਆ, ਹੋ ਸਕਦਾ ਮੈਂ ਉਸ ਰੀਜ਼ਨ ਤੱਕ ਪਹੁੰਚਿਆ ਹੀ ਨਾ ਹੋਵਾਂ ਜਿੱਥੇ ਤੁਸੀਂ ਪਹੁੰਚ ਗਏ, ਹਾਂ ਤੁਹਾਨੂੰ ਪਤਾ ਹੀ ਨਾ ਹੋਵੇ। ਪਰ ਜਿੱਦਣ ਤੁਸੀਂ ਉਹ ਰੀਜ਼ਨ ਮੈਨੂੰ ਦੱਸਣਾ ਤੇ ਮੈਂ ਉਸ ਚੀਜ਼ ਨੂੰ, ਜੇ ਮੈਂ ਇਮਾਨਦਾਰੀ ਨਾਲ ਚੱਲ ਰਿਹਾ ਤੇ ਮੈਂ ਮੰਨ ਲੈਣਾ, ਮੈਂ ਕਹਣਾ ਹਾਂ ਭਾਈ ਸਾਹਿਬ ਮੈਂ ਆ ਚੀਜ਼ ਨਹੀਂ ਸੋਚੀ, ਤੇ ਸਗੋਂ ਤੁਹਾਡਾ ਸਤਿਕਾਰ ਮੇਰੀ ਨਿਗਾਹ ਦੇ ਵਿੱਚ ਦੂਣਾ ਹੋ ਜਾਣਾ। ਬਿਲਕੁਲ। ਤੇ ਬਜਾਏ ਜੇ ਉਲਟ ਰੱਖੋਗੇ ਵੀ ਮੈਂ ਤੁਹਾਡੇ ਵਿਰੋਧ ਚ ਤੁਸੀਂ ਮੇਰੇ ਵਿਰੋਧ ਚ, ਤੁਸੀਂ ਵੀ ਮੇਰੇ ਖਿਲਾਫ ਨੈਗੇਟਿਵ ਪੁਆਇੰਟ ਲੱਭੀ ਜਾਇਓ, ਮੈਂ ਤੁਹਾਡਾ ਵੀ ਸਮਾਂ ਵਿਅਰਥ ਤਾਂ ਮੇਰਾ ਵੀ ਸਮਾਂ ਵਿਅਰਥ, ਤੇ ਕਿਤੇ ਮੂੰਹ ਰਾਹ ਜਾਂਦੇ ਮਿਲੇ ਵੀ ਤਾਂ ਦੂਏ ਪਾਸੇ ਨੂੰ ਮੂੰਹ ਕਰਕੇ ਲੰਘਾਂਗੇ। ਸੋ ਜਿਹੜਾ ਵਧੀਆ ਰਸਤਾ ਉਹ ਇਹ ਆ ਵੀ ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਤੁਹਾਨੂੰ ਸਮਝਣ ਦੀ। ਐਗਜ਼ਾਮਪਲ ਤੌਰ ਤੇ ਸਾਨੂੰ ਹਰ ਇੱਕ ਨੂੰ ਇਦਾਂ ਚਾਹੀਦਾ ਆ ਵੀ ਕੋਈ ਵੱਖਰਾ ਰੱਖਦਾ ਵਿਚਾਰ, ਮੈਨੂੰ ਲੱਗਦਾ ਉਹ ਗਲਤ ਕਰ ਰਿਹਾ ਜੀ, ਤੇ ਮੈਂ ਉਹਨਾਂ ਨੂੰ ਦੱਸਾਂ ਵੀ ਹਾਂ ਇਹ ਤੁਸੀਂ ਜਿਹੜਾ ਕਰ ਰਹੇ ਇਹ ਆਹ ਗਲਤੀ ਆ ਤੁਹਾਡੀ, ਇਹਦੇ ਵਿੱਚ ਇਹਦੇ ਨਾਲ ਤੁਹਾਡਾ ਆਹ ਨੁਕਸਾਨ ਹੋ ਸਕਦਾ ਆ, ਸੋ ਇਸ ਕਰਕੇ ਇਹ ਸਹੀ ਨਹੀਂ। ਉਸ ਤੋਂ ਬਾਅਦ ਉਹ ਇਨਸਾਨ ਜੇ ਮੰਨ ਗਿਆ ਤਾਂ ਵੀ ਠੀਕ ਹੈ, ਜੇ ਨਹੀਂ ਮੰਨਿਆ ਉਹਨੂੰ ਪਤਾ ਜ਼ਰੂਰ ਲੱਗ ਜਾਣਾ ਵੀ ਹਾਂ ਮੈਨੂੰ ਕਿਸੇ ਨੇ ਦੱਸਿਆ ਸੀ ਇਹ ਗੱਲ, ਸੋ ਉਹ ਨੈਕਸਟ ਟਾਈਮ ਤੁਹਾਡੀ ਉਹ ਸੁਣੂਗਾ। ਸੋ ਇਸ ਤਰ੍ਹਾਂ ਅਸੀਂ ਪਿਆਰ ਨਾਲ ਸਾਰਿਆਂ ਨੂੰ ਕਲਾਵੇ ਚ ਲਈਏ, ਚਾਹੇ ਉਹ ਧਾਰਮਿਕ ਤੌਰ ਤੇ ਸਿੱਖ ਸੰਸਥਾਵਾਂ ਹੋਣ, ਅਸੀਂ ਸਾਰੇ ਕੋਸ਼ਿਸ਼ ਕਰੀਏ ਨਾਲ, ਕਿਉਂਕਿ ਅਸੀਂ ਨਿਘਾਰ ਵੱਲ ਨੂੰ ਜਾ ਰਹੇ ਹਾਂ ਦਿਨੋਂ ਦਿਨ। ਅਸੀਂ ਬਜਾਏ ਕਿ ਆਪਣਾ ਧੜਾ ਪ੍ਰਮੋਟ ਕਰਨ ਦੀ ਬਜਾਏ ਤੁਸੀਂ ਕਿਸੇ ਨਾਲ ਵੀ ਸਹਿਮਤ ਹੋ ਸਕਦੇ ਆ, ਜ਼ਰੂਰੀ ਨਹੀਂ ਵੀ ਇੱਕ ਜਾਨੀ ਕੋਈ ਜਿੱਦਾਂ ਇੱਕ ਸੰਪਰਦਾ ਦਾ ਕੋਈ ਦੇ ਨਾਲ ਨੇੜਤਾ ਹੋਵੇ, ਉਹ ਕੱਲਾ ਉਹਨੂੰ ਹੀ ਸੰਪੂਰਨ ਤਾਂ ਸਾਡੇ ਸਿਰਫ ਗੁਰੂ ਗ੍ਰੰਥ ਸਾਹਿਬ ਆ, ਜੇ ਅਸੀਂ ਗੱਲ ਗੁਰਦੁਆਰਿਆਂ ਦੀ ਕਰੀਏ। ਇਸੇ ਤਰ੍ਹਾਂ ਜੇ ਸਿਆਸਤ ਵਿੱਚ ਆ ਜਾਈਏ ਤੇ ਸਿਆਸਤ ਦੇ ਵਿੱਚ ਵੀ ਅਸੀਂ ਇਹ ਦੇਖਣਾ ਪੰਜਾਬ ਦਾ ਭਲਾ ਜੀ। ਬਿਲਕੁਲ। ਹੁਣ ਛੋਟਾ ਜੀ ਗੱਲ ਆ ਬਈ ਬਾਦਲ ਜੀ ਬਹੁਤ ਮਾੜਾ ਸੀ, ਜੇ ਕਹਿ ਦਈਏ ਚੰਗਾ ਹੋਇਆ ਜੀ ਮਰ ਗਿਆ, ਜਿੱਦਾਂ ਆਮ ਲੋਕੀ ਕਹਿ ਦਿੰਦੇ ਆ, ਜਦ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗਾ। ਬਿਲਕੁਲ ਬਿਲਕੁਲ ਜੀ। ਇੱਕ ਸਵਾਲ ਪੁੱਛ ਲਿਆ ਜਾਵੇ ਤੇ ਫਿਰ ਪੰਜਾਬ ਦੇ ਵਿੱਚ ਚੰਗਾ ਕੌਣ ਆ, ਇੱਕ ਨਾਂ ਲੈ ਦੋ ਸਿਆਸੀ ਲੀਡਰ ਦਾ। ਬਿਲਕੁਲ ਤੁਹਾਡੇ ਕੋਲ ਨਾਂ ਤੁਸੀਂ ਇੱਕ ਨਾਂ ਲੈ ਦਿਓ ਤੇ ਮੈਂ ਉਹਦੇ 20 ਨੁਕਸ ਤੁਹਾਨੂੰ ਕੱਢ ਕੇ ਉਸੇ ਟਾਈਮ ਗਿਣਾ ਦਵਾਂਗਾ, ਫਾਇਦਾ ਕੀ ਹੋਇਆ? ਕੁਛ ਵੀ ਨਹੀਂ। ਸੋ ਸਿਆਸਤ, ਧਰਮ ਵਿੱਚ ਵੀ ਸਿਆਸਤ ਵਿੱਚ ਵੀ ਅਸੀਂ ਦੇਖੀਏ, ਜੇ ਧਰਮ ਵਿੱਚ ਆ ਉਹ ਸਿੱਖੀ ਧਰਮ ਦੀ ਪ੍ਰਫੁੱਲਤ ਕਰਨ ਵਾਸਤੇ ਉਹਦਾ ਕਿੰਨਾ ਯੋਗਦਾਨ ਆ ਤੇ ਉਹਦਾ ਕੀ ਫਾਇਦਾ ਆ। ਇਸੇ ਤਰ੍ਹਾਂ ਜੇ ਸਿਆਸਤ ਆ ਗਈ, ਸਿਆਸਤ ਦੇ ਵਿੱਚ ਵੀ ਅਸੀਂ ਦੇਖੀਏ ਵੀ ਕੋਈ ਵੀ ਉਹ ਪੰਜਾਬ ਹਤੈਸ਼ੀ ਪਾਰਟੀ ਕਿੰਨੀ ਕਿਆ, ਜਾਂ ਉਹ ਪਾਰਟੀ ਚਾਹੇ ਇੱਕ ਇਨਸਾਨ ਇੰਡੀਵਿਜੂਅਲ ਇਨਸਾਨ ਲਾ ਲਓ, ਜੇ ਤਾਂ ਉਹ ਪੰਜਾਬ ਦਾ ਹਤੈਸ਼ੀ ਆ, ਜੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਤੇ ਮੈਂ ਉਹਦੀ ਸਪੋਰਟ ਕਰਾਂ ਤੇ ਉਹਦੇ ਚੰਗੇ ਗੁਣਾਂ ਨੂੰ ਸਲਾਹਾਂ, ਚਾਹੇ ਉਹ ਮੇਰਾ ਵਿਰੋਧੀ ਹੋਵੇ, ਤੇ ਜੇ ਉਹ ਪੰਜਾਬ ਦੇ ਅਗੇਂਸਟ ਆ, ਚਾਹੇ ਉਹ ਮੇਰੇ ਮਾਸੀ ਦਾ ਪੁੱਤ ਕਿਉਂ ਨਾ ਹੋਵੇ, ਤੇ ਮੈਂ ਉਹਦੇ ਵਿਰੋਧ ਵਿੱਚ ਖੜਾ, ਜੇ ਮੈਂ ਸੱਚੇ ਦਿਲੋਂ ਚੱਲਣਾ। ਬਲਾ ਸਿੰਘ ਜੀ ਇੱਥੇ ਪਤਾ ਮਸਲਾ ਕੀ ਆ, ਜੇ ਤਾਂ ਤੁਸੀਂ ਸਿਆਸਤ ਦੇ ਵਿੱਚ ਆਪਸੀ ਵਖਰੇਵਿਆਂ ਦੀ ਗੱਲ ਆਪਾਂ ਇੱਥੇ ਕਰ ਲਈਏ ਨਾ। ਹਾਂਜੀ। ਹੁਣ ਜੇ ਆਪਾਂ ਸਿਆਸਤ ਦੇ ਵਿੱਚ ਵਖਰੇਵੇਂ, ਇੱਕ ਤਾਂ ਨੰਬਰ 1 ਤੇ ਜਿਹੜਾ ਬੰਦਾ ਸਿਆਸਤ ਦੇ ਵਿੱਚ ਪੈਰ ਰੱਖਦਾ, ਰਾਜਨੀਤੀ ਵਿੱਚ ਪੈਰ ਰੱਖਦਾ, ਉਹ ਪੰਥਕ ਨਹੀਂ ਹੋ ਸਕਦਾ। ਹਾਂਜੀ। ਇਹਦੇ ਵਿੱਚ ਤੁਹਾਨੂੰ ਮੰਨਣੀ ਪਊਗੀ, ਕਿਉਂਕਿ ਜੇ ਉਹ ਕਿਸੇ ਅਹੁਦੇ ਦੇ ਉੱਤੇ ਪੰਜਾਬ ਦੇ ਵਿੱਚ ਲਾ ਲਓ ਤੁਸੀਂ, ਉਹ ਚੁਣਿਆ ਜਾਂਦਾ, ਉਹਦੇ ਵਿੱਚ ਪੰਜਾਬ ਦੇ ਵਿੱਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਕ੍ਰਿਸਚਨ ਭਾਈਚਾਰਾ ਵੀ ਹੈ, ਸਿੱਖ ਵੀ ਆਪਣੇ ਹੈਗੇ ਆ। ਹੁਣ ਤੁਸੀਂ ਇਹ ਨਹੀਂ ਉਹਨੂੰ ਇਹ ਨਹੀਂ ਕਹਿ ਸਕਦੇ ਜੇ ਤੁਸੀਂ ਸਿੱਖ ਚਿਹਰਾ ਹੋ ਤਾਂ ਤੁਸੀਂ ਮੰਦਿਰ ਦੇ ਵਿੱਚ ਜਾ ਕੇ ਮੱਥਾ ਨਹੀਂ ਟੇਕਣਾ, ਤੁਸੀਂ ਮਸਜਿਦ ਦੇ ਵਿੱਚ ਜਾ ਕੇ ਨਹੀਂ ਜਾਣਾ, ਤੁਸੀਂ ਚਰਚ ਦੇ ਵਿੱਚ ਨਹੀਂ ਜਾਣਾ, ਕਿਉਂਕਿ ਉਹਨਾਂ ਲੋਕਾਂ ਨੇ ਵੀ ਉਸ ਨੂੰ ਜਿਹੜਾ ਉਹ ਆਪਣਾ ਚੁਣ ਕੇ ਉੱਥੇ ਸੀਟ ਦੇ ਉੱਤੇ ਬਿਠਾ ਲਿਆ ਹੋਇਆ। ਇੱਥੇ ਜਿਹੜੇ ਆਪਸੀ ਵਖਰੇਵੇਂ, ਸਾਡੀ ਸੋਚ ਪਤਾ ਕੀ ਹੈ, ਇਹ ਸਿੱਖ ਚਿਹਰਾ, ਇਹ ਗੁਰੂ ਘਰ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਹੋਰ ਕਿਸੇ ਪਾਸੇ ਜਾਣਾ ਨਹੀਂ, ਇਹ ਜਾਂਦਾ ਆ ਤੇ ਕੌਮ ਦਾ ਇਕਰਾਰ ਹੈ। ਇਸ ਜਿਹੜੇ ਆਖਰੀ ਵਖਰੇਵੇਂ ਸਾਡੇ ਪੈ ਚੁੱਕੇ ਆ ਨਾ, ਇਹ ਜਿੱਦਾਂ ਤੁਸੀਂ ਗੱਲ ਕੀਤੀ ਆ, ਬਹੁਤ ਵਧੀਆ ਮੈਨੂੰ ਗੱਲ ਲੱਗੀ। ਕੋਈ ਐਸਾ ਲੀਡਰ ਹਜੇ ਤੱਕ ਮੈਨੂੰ ਲੱਗਦਾ ਜਿਹੜਾ ਰਾਜਨੀਤੀ ਪੈਰ ਰੱਖਦਾ ਹੋਵੇ ਕਿ ਜਿਹੜਾ ਇਮਾਨਦਾਰ ਹੋਵੇ ਤੇ ਜਿਹੜਾ ਆਪਣਾ ਬਿਲਕੁਲ ਕਦੇ ਮੈਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ ਤੇ ਮੈਂ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਆਪਣਾ ਜਿਹੜਾ ਜਿੰਨਾ ਵਿੱਚ ਰਿਹਾ ਸੱਤਾ 'ਚ, ਤੇ ਉਹ ਆਪਣਾ ਕਾਰਜਕਾਲ ਪੂਰੀ ਸੱਤਾ ਇਮਾਨਦਾਰੀ ਨਾਲ ਨਿਭਾਇਆ। ਹਾਂਜੀ। ਬਾਕੀ 100% ਕੋਈ ਸਹੀ ਹੋ ਵੀ ਨਹੀਂ ਸਕਦਾ, ਹਰ ਇੱਕ 'ਚ ਔਗੁਣ ਅਸੀਂ ਹੁਣ ਕਹਿ ਦਈਏ ਅਸੀਂ 100% ਸਹੀ ਨਹੀਂ, 20 ਸਾਡੇ 'ਚ ਵੀ ਖਾਮੀਆਂ ਹੋਣਗੀਆਂ, ਅਸੀਂ ਵੀ ਵਿੱਚ ਗਲਤੀਆਂ ਕਰਦੇ ਹੋਵਾਂਗੇ।
ਸੋ ਅਸੀਂ ਇਹ ਦੇਖਣਾ ਵੀ ਰਲਾ ਮਿਲਾ ਕੇ ਉਹਦਾ ਕੰਮ ਦੇਖਣਾ। ਜੇ ਇੱਕ ਸਿਆਸਤ ਵਿੱਚ ਆ, ਅਸੀਂ ਉਹਨੂੰ ਇਹ ਦੇਖੀਏ, ਇਹ ਨਹੀਂ ਮੈਟਰ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਜਾਂ ਉਹਦਾ ਧਾਰਮਿਕ ਤੌਰ ਤੇ ਕੀ ਨਜ਼ਰੀਆ ਆ, ਅਸੀਂ ਉਹਨੂੰ ਇਹ ਦੇਖੀਏ ਉਹ ਜਿਹੜਾ ਕੰਮ ਕਰ ਰਿਹਾ ਉਹ ਸਿਆਸਤ ਦੇ ਵਿੱਚ ਉਹ ਇਮਾਨਦਾਰ ਹੈ ਤੇ ਉਹ ਇੱਕ ਸਿਆਸੀ ਲੀਡਰ, ਉਹ ਵਧੀਆ ਸਿਆਸੀ ਲੀਡਰ ਹੋ ਸਕਦਾ ਹੈ ਜੇ ਉਹ ਸਿਆਸਤ ਨੂੰ ਆਪਣੇ ਸਹੀ ਤਰੀਕੇ ਨਾਲ ਨਿਭਾ ਰਿਹਾ। ਇਸੇ ਤਰ੍ਹਾਂ ਦੂਜੀਆਂ ਚੀਜ਼ਾਂ ਵੀ, ਚਾਹੇ ਕੋਈ ਸਮਾਜ ਸੇਵੀ ਲਾ ਲਓ ਜਾਂ ਕੋਈ, ਅਸਾਂ ਦਾ ਮੇਨ ਜਿਹੜਾ ਦੇਖਣ ਦਾ ਸਾਡਾ ਨਜ਼ਰੀਆ ਉਹ ਵੀ ਇਹ ਹੋਣਾ ਚਾਹੀਦਾ, ਅਸੀਂ ਦੇਖੀਏ ਜਿਹੜੀ ਉਹ ਫੀਲਡ ਵਿੱਚ ਆ ਉਸ ਪ੍ਰਤੀ ਇਮਾਨਦਾਰ ਆ, ਬਜਾਏ ਕਿ ਉਹਦੀ ਬੈਕਗ੍ਰਾਉਂਡ ਫੋਲਣ ਲਈ ਵੀ ਇਹਦਾ ਧਰਮ ਕਿਹੜਾ ਜਾਂ ਇਹਦੀ ਜਾਤ ਕਿਹੜੀ ਆ ਜਾਂ ਇਹਦਾ ਹੋਰ ਇਹਦੇ ਪਿਛੋਕੜ ਕੀ ਹੈ। ਵਖਰੇਵੇਂ ਮਿਲਾ ਸਿੰਘ ਪ੍ਰੋਬਲਮ ਤਾਂ ਇੱਥੇ ਆ ਕੇ ਖੜ ਜਾਂਦੀ। ਇਸੇ ਤੋਂ ਸਾਡੇ ਜਿਹੜੇ ਨਜ਼ਰੀਆ ਦੇਖਣ ਦਾ ਸਾਡਾ ਨਜ਼ਰੀਆ ਉਹ ਹੋ ਰਿਹਾ ਆਪਸੀ, ਜਿਹੜੇ ਅਸੀਂ ਦਿਲੋਂ ਚਾਹੁੰਦੇ ਹੋਇਆ ਵੀ ਜੇ ਸਾਨੂੰ ਲੱਗਦਾ ਨਾ ਵੀ ਇਹ ਬੰਦਾ ਸਹੀ ਵੀ ਆ, ਪਰ ਜੇ ਅਸੀਂ ਚਾਹੀਏ ਵੀ ਇਹ ਹੈਗਾ ਤਾਂ ਯਾਰ ਬੰਦਾ ਸਹੀ ਆ, ਪਰ ਮੇਰੀ ਇਹਦੇ ਨਾਲ ਵੈਰ ਵਿਰੋਧ ਆਇਆ ਵੀ ਮੇਰਾ ਇਹਦੇ ਨਾਲ ਵਿਚਾਰ ਨਹੀਂ ਮਿਲਦੇ, ਤਾਂ ਅਸੀਂ ਉਹਦੀਆਂ ਲੱਤਾਂ ਉਹਦੇ ਵਿਰੋਧੀ ਧਿਰ ਲੱਭਣੇ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਦੀਆਂ ਲੱਤਾਂ ਉਹਨਾਂ ਨਾਲ ਸਾਥ ਜੋੜੀਏ, ਉਹਨਾਂ ਨਾਲ ਗੰਢ ਧੁੱਪ ਬਣਾਈਏ, ਇਹਨੂੰ ਕਿਸੇ ਨਾ ਕਿਸੇ ਹੈਗਾ ਤਾਂ ਸਹੀ ਆ, ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਵੀ ਬੰਦਾ ਸਹੀ ਆ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਵਿਰੋਧੀ ਦਾ ਜਿਹੜਾ ਵਿਰੋਧੀ ਆ ਉਹਦੇ ਪੱਖ 'ਚ ਅਸੀਂ ਜਾ ਕੇ ਖਲੋਣਾ ਹੈ, ਚਾਹੇ ਉਹਦੇ ਨਾਲੋਂ 100 ਗੁਣਾ ਮਾੜਾ ਹੋਵੇ, ਪਰ ਫਿਲਹਾਲ ਸਾਡਾ ਵਿਰੋਧ ਉਹਦੇ ਨਾਲ ਆ। ਲੋੜ ਆ, ਸੋ ਲੋੜ ਇਹੋ ਜਿਹੀਆਂ ਸਾਨੂੰ ਸੋਚ ਛੱਡਣ ਦੀ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਅਸੀਂ ਰਲ ਕੇ ਤੇ ਕੋਸ਼ਿਸ਼ ਕਰੀਏ ਸਿੱਖਣਾ ਆ ਸੀ, ਨਾ ਕਿ ਅਸੀਂ ਆਪਣੇ ਆਪ ਨੂੰ ਕੰਪਲੀਟ ਸਮਝ ਕੇ ਜੋ ਮੈਂ ਕਹਿਤਾ ਜਾਂ ਜੋ ਮੇਰੇ ਮੂੰਹੋਂ ਨਿਕਲਿਆ ਉਹ ਅੰਤਮ ਸੱਚ ਮਨਾਉਣ ਦੀ ਬਜਾਏ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ। ਜਿੱਥੋਂ ਸਾਨੂੰ ਕੋਈ ਲੱਗਦਾ ਵੀ ਇਹ ਇੱਥੋਂ ਭੁੱਲ ਰਿਹਾ ਉਹਨੂੰ ਦੱਸੀਏ, ਪਰ ਉਹਨੂੰ ਵੀ ਐਨ ਤੱਥਾਂ ਦੇ ਸਮੇਤ ਦੱਸੀਏ ਤੇ ਬਜਾਏ ਈਰਖਾ ਤੋਂ ਬਿਨਾਂ, ਇਹ ਨਹੀਂ ਵੀ ਈਰਖਾ ਦੇ ਨਾਲ ਜਾਂ ਰੁੱਖੇ ਸੁਭਾਅ ਨਾਲ, ਅਸੀਂ ਉਹਨੂੰ ਪਿਆਰ ਨਾਲ ਦੱਸੀਏ ਤੇ ਮੈਨੂੰ ਲੱਗਦਾ ਨਹੀਂ ਪਈ ਕੋਈ ਜਿਹੜਾ ਉਹ ਤੁਹਾਡੀ ਨਾ ਮੰਨੇ। ਹਾਂਜੀ, ਉਹ ਕਰ ਸਕਦੇ ਆ। ਤੇ ਇਸੇ ਤਰ੍ਹਾਂ ਹੋਰ ਵੀ ਸਮਾਜ ਦੇ ਵਿੱਚ ਲਾ ਲਓ, ਸਮਾਜਿਕ ਚੀਜ਼ਾਂ ਲਾ ਲਓ ਜਾਂ ਪਿੰਡ ਪੱਧਰੀ ਲਾ ਲਓ, ਪਿੰਡਾਂ ਦੇ ਵਿੱਚ ਵੀ ਸਾਡੇ ਤੁਹਾਨੂੰ ਪਤਾ ਪਈ ਪੰਚਾਇਤਾਂ ਦੇ 20 ਰੌਲੇ ਹੁੰਦੇ ਆ, ਉਹ ਵੀ ਜੇ ਅਸੀਂ, ਕਿਉਂਕਿ ਛੋਟੀਆਂ ਗੱਲਾਂ ਆ, ਜੇ ਤੁਸੀਂ ਨਾ ਉਹਨਾਂ ਨੂੰ ਸੋਲਵ ਕਰਨ ਤੁਰੋ, ਜੇ ਉਹਨਾਂ ਨੂੰ ਤੁਸੀਂ ਸੁਲਝਾਉਣ ਤੁਰੋ ਤਾਂ ਕੋਈ ਏਡੀ ਵੱਡੀ ਗੱਲ ਹੈ ਨਹੀਂ। ਉਹ ਵੀ ਬਸ ਸਿਰਫ ਸਾਡੇ ਵਿੱਚ ਇਹ ਆ ਭਈ ਅਸੀਂ ਉਹ ਛੋਟੇ ਜਿਹੇ ਬਖਰੇਵੇਂ ਤੇ ਕਰਕੇ ਧੜਾ ਪਾੜ ਲੈਨੇ। ਬਖਰੇਵੇਂ ਹੋਣੇ ਮਾੜੀ ਗੱਲ ਨਹੀਂ, ਬਖਰੇਵੇਂ ਹੋਣੇ ਚਾਹੀਦੇ, ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਜਿਸ ਤਰ੍ਹਾਂ ਸਾਜਿਆ, ਤੁਹਾਨੂੰ ਇੱਕ ਇੰਡੀਵਿਜੂਅਲ ਇਨਸਾਨ ਬਣਾ ਕੇ ਤੋਰਿਆ, ਤੁਹਾਡੇ ਹਰ ਇੱਕ ਚੀਜ਼ ਵੱਖਰੀ ਆ, ਤੁਹਾਡਾ ਦਿਮਾਗ ਵੱਖਰਾ, ਤੁਹਾਡੇ ਦਿਮਾਗ ਦਾ ਜਿਹੜਾ ਸੋਚਣ ਦਾ ਤਰੀਕਾ ਵੱਖਰਾ, ਤੁਹਾਡਾ ਦੇਖਣ ਦਾ ਨਜ਼ਰੀਆ ਵੱਖਰਾ ਆ। ਸੋ ਉਹਦੀ ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ, ਉਹ ਦੇਖਣ ਦੇ ਨਜ਼ਰੀਏ ਦੀ। ਸੋ ਜੇ ਅਸੀਂ ਇਸ ਤਰੀਕੇ ਨਾਲ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਅਸੀਂ ਵੀ ਸਿਆਣੇ ਹੋ ਸਕਦੇ ਹਾਂ, ਕਿਉਂਕਿ ਤੁਸੀਂ ਇੱਥੇ ਦੇ ਸਮਾਜ ਦੇ ਵਿੱਚ ਦੇਖ ਲਓ ਇਹ ਚੀਜ਼ਾਂ ਬਹੁਤ ਘਟ ਗਈਆਂ। ਜੇ ਕੋਈ ਚਰਚ ਦੇ ਵਿੱਚ ਜਾ ਕੇ ਦੇਖ ਲਓ, ਜੇ ਕੋਈ ਉਸ ਚੀਜ਼ ਨੂੰ ਉਹ ਚਰਚ ਦੇ ਵਿੱਚ ਕੋਈ ਪ੍ਰਬੰਧ ਕਰ ਰਿਹਾ, ਦੂਸਰਾ ਜਾ ਕੇ ਲੱਤ ਨਹੀਂ ਅੜਾਊਗਾ, ਉਹਨੂੰ ਸੁਝਾਅ ਦੇ ਸਕਦਾ, ਕਿਉਂਕਿ ਪ੍ਰਬੰਧ ਉਹਦੇ ਹੱਥ ਵਿੱਚ ਆ। ਅਸੀਂ ਜਾਈ ਦਾ ਹੀ ਪ੍ਰਬੰਧ ਦੇ ਅਗੇਂਸਟ ਆ, ਜਿਹੜਾ ਪ੍ਰਬੰਧ ਕਰ ਰਿਹਾ ਉਹਨੂੰ ਕਹਿੰਦਾ ਤੂੰ ਇੱਥੇ ਗਲਤ ਕਰ ਰਿਹਾ, ਉਹਨੂੰ ਕੌੜੇ ਬੋਲੀ ਦੇ ਆ, ਉਹਦੇ ਵਿੱਚ ਨੁਕਸ ਲੱਭੀ ਦੇ ਜਾ ਕੇ। ਸੋ ਮੇਨ ਇਹ ਚੀਜ਼ਾਂ ਸਾਨੂੰ ਛੱਡਣ ਦਾ ਜਿਹੜਾ ਚਾਹੀਦਾ। ਤੇ ਮੈਨੂੰ ਲੱਗਦਾ ਆਪਣਾ ਟਾਈਮ ਵੀ ਸਮਾਪਤੀ ਵਾਲਿਆ, ਤੇ ਤੁਸੀਂ ਜੇ ਕੋਈ ਮਿੰਟ 2 ਮਿੰਟ ਦੇ ਵਿੱਚ ਗੱਲ ਆਪਣੀ ਸਿੰਘ ਜੀ, ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਸੀਗਾ, ਕਿਉਂਕਿ ਜਿੱਦਾਂ ਸਮੇਂ ਦੀ ਤਬਦੀਲੀ ਆ ਰਹੀ ਹੈ ਨਾ, ਇਹ ਸਮਾਂ ਬਦਲਦਾ ਜਾ ਰਿਹਾ, ਤੇ ਇਸ ਲਈ ਆਪਣੇ ਘਰਾਂ ਦੇ ਹਾਲਾਤਾਂ ਵਿੱਚ ਵੀ ਆਪਾਂ ਦੇਖ ਲਈਏ ਨਾ, ਤੇ ਘਰ ਦੇ ਵਿੱਚ ਜੇ ਆਪਾਂ 4-5 ਪਰਿਵਾਰਕ ਮੈਂਬਰ ਆ ਤੇ ਸਾਡੇ ਆਪਸ ਵਿੱਚ ਵੀ ਵਖਰੇਵੇਂ, ਇਹ ਤਾਂ ਚਲੋ ਆਪਾਂ ਬਾਹਰ ਦੀ ਗੱਲ, ਚਲੋ ਵਖਰੇਵੇਂ ਹੋਣੇ ਚਾਹੀਦੇ ਨੇ, ਪਰ ਉਹਨਾਂ ਵਖਰੇਵਿਆਂ 'ਚ ਇਮਾਨਦਾਰੀ ਹੋਣੀ ਚਾਹੀਦੀ ਹੈ। ਪਰ ਉਹ ਜਿਹੜੇ ਘਰ ਦੇ ਵਿੱਚ ਸਾਡੇ ਵਖਰੇਵੇਂ ਆ ਨਾ, ਉਹਨੂੰ ਅਸੀਂ ਸੁਲਝਾ ਲੈਂਦੇ ਆ। ਹਾਂਜੀ, ਕਿਉਂਕਿ ਸਾਨੂੰ ਪਤਾ ਘਾਟੇ ਵਾਧੇ ਸਾਨੂੰ ਝੱਲਣੇ ਪੈਣੇ। ਨਹੀਂ, ਉਹ ਮਤਲਬ ਜੇ ਆਪਸੀ ਵਖਰੇਵੇਂ ਆ, ਉੱਥੇ ਨਫਾ ਨੁਕਸਾਨ ਅਸੀਂ ਸੋਚਦੇ ਆ ਤੇ ਸਾਡਾ ਇਹ ਨਫਾ ਨੁਕਸਾਨ ਇਹ ਹੋ ਰਿਹਾ, ਇਹ ਆਖਰੀ ਬੋਝ ਮੇਰੇ ਉੱਤੇ ਹੀ ਪੈਣਾ ਬਸ। ਤੇ ਜੇ ਆਪਾਂ ਇਹ ਗੱਲ ਨੂੰ ਆਪਾਂ ਜੇ ਪੂਰੇ ਜੇ ਇਹ ਸਾਰੇ ਸੁਲਝਾ ਲਿਆ ਜਾਵੇ ਇਸ ਮਸਲੇ ਨੂੰ, ਤੇ ਦੇਖਿਆ ਜਾਵੇ ਜੇ ਆਪਾਂ ਕੌਮ ਟੁੱਟਦੀ ਆ ਗੁਰੂ ਘਰਾਂ ਤੋਂ, ਤੇ ਇੱਕ ਪਾਸੇ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ, ਤੇ ਸਾਨੂੰ ਆਪਸ ਵਿੱਚ ਬੈਠ ਕੇ ਇਹ ਜਿਹੜੇ ਮਸਲੇ ਸੁਲਝਾਉਣੇ, ਸਾਨੂੰ ਬੈਠ ਕੇ ਉਹਨਾਂ ਚੀਜ਼ਾਂ ਦੇ ਹੱਲ ਵਾਰਨ ਜਾਣਾ ਚਾਹੀਦਾ। ਸਾਡੇ ਜਿਹੜੇ ਮੇਨ ਜਿਹੜੇ ਸੰਪਰਦਾਵਾਂ ਦੇ ਮੁਖੀ ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀ ਆ, ਉਹਨਾਂ ਤੇ ਇਹ ਜ਼ੋਰ ਪਾਉਣਾ ਚਾਹੀਦਾ ਵੀ ਇਹਨਾਂ ਦੇ ਹੱਲ ਕੱਢੇ ਜਾਣ।
ਤਾਂ ਜੋ ਇਹ ਬਖਰੇਵੇਂ ਘਟਾਏ ਜਾਣ। ਠੀਕ ਹੈ ਜੀ, ਸਮਾਂ ਸਾਡਾ ਸਮਾਪਤੀ ਵਾਲੇ ਆ ਸੰਦੀਪ ਸਿੰਘ ਜੀ ਹੁਣ, ਤੇ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ, ਤੇ ਇਹ ਅਸੀਂ ਮਿਲਾਂਗੇ ਜੀ ਅਗਲੇ ਸ਼ੁੱਕਰਵਾਰ ਫੇਰ ਇਸੇ ਤਰ੍ਹਾਂ ਸ਼ਾਈਨਿੰਗ ਲਾਈਟ ਪ੍ਰੋਗਰਾਮ ਲੈ ਕੇ, ਤੇ ਫੇਰ ਕੋਸ਼ਿਸ਼ ਕਰਾਂਗੇ ਇਹਨਾਂ ਇਸੇ ਵਿਚਾਰਕ ਬਖਰੇਵਿਆਂ ਦੇ ਉੱਪਰ ਥੋੜਾ ਜਿਹਾ ਹੋਰ ਵਿਚਾਰ ਸਾਂਝੇ ਕਰਨ ਦੀ। ਤੇ ਅੱਜ ਵਾਸਤੇ ਸਾਨੂੰ ਤੁਸੀਂ ਦਿਓ ਇਜਾਜ਼ਤ, ਤੇ ਮਿਲਦੇ ਹਾਂ ਅਗਲੇ ਸ਼ੁੱਕਰਵਾਰ ਫੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।